परम सत्कारयोग सतगुरां दी सजी और नवाजी हुई साध संगत जीओ। आप माई भाई धनता दे जोग हों जिन्हां नूं सतगुरु जी दे चरनां दे विच बैठण दे सुभाग समय प्राप्त होया। आओ असीं तुसीं सारे ही ਵੱਡੇ ਕਰਮਾਂ ਵਾਲੇ ਹਾਂ, ਜਿਨ੍ਹਾਂ ਨੂੰ ਗੁਰੂ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸਮੇਂ ਪ੍ਰਾਪਤ ਹੋਇਆ। ਸਤਿਗੁਰੂ ਕਲਗੀਧਰ ਪਾਤਸ਼ਾਹ गुरु गोबिंद सिंह महाराज जियां दा जीवन इतिहास चलदा आ रहा है। एक लम्मी उम्र वाले जोगी साधु दा उधार, एक लम्मी उम्र वाले जोगी साधु दा उधार। गुरमुख प्यारिओ, इत्थों मुक्तसर तो गुरु जी घोड़े ते सवार होके तुर पए अते कुछ दूर एक सरां दे पास एक तलाब उत्ते जा डेरा कीता। उत्थे एक साधु दा आश्रम सी। एक साधु दा आश्रम सी। उसने अपने सेवकां नूं पुछया कि तलाब दे दूसरे पासे किसने आन डेरा लाया है। तलाब दे दूसरे पासे किसने आन डेरा लाया है। तो गुरमुख प्यारिओ, साधु दे सेवकां ने दस्सिया कि यह मुरला गुरु तुरकां नूं मारन वाला गुरु गोबिंद सिंह उतरिया है, जिसने कई बार युद्ध करके हजारां तुरकां नूं मार मुकाया है। साधु ने पूछया, उस गुरु दी कितनी क उम्र है। सेवकां ने दस्सिया उन्हां दी उम्र 40 साल दी लगभग है। उन्हां दी उम्र 40 साल दे लगभग है। साधु ने तर्क नाल कहा, इस छोटी उम्र वाले गुरु तो की लेना है। तर्क दे नाल कहा, इस छोटी उम्र वाले गुरु तो की लेना है, जिसने ना कोई साधना साधी होवे अते ना ही ओदे चित्त नूं शांति प्राप्त होई होवे। पर इनू साधु नूं ये नहीं पता कि धन श्री गुरु गोबिंद सिंह महाराज जियां ने हेमकुंड दी पर्वत ते 4 युग तपस्या कीती। आखो सतनाम। ये नहीं इनू पता। ओ महान शक्तियां दे मालक
ਉਹ ਰਿੱਧੀਆਂ ਸਿੱਧੀਆਂ ਦੇ ਮਾਲਕ, ਜਿਨ੍ਹਾਂ ਦੇ ਹੱਥ ਵਿੱਚ 9 ਨਿੱਧੀਆਂ 18 ਸਿੱਧੀਆਂ। ਇਹਨੂੰ ਇਹ ਨਹੀਂ ਸੀ ਪਤਾ। ਕਹਿੰਦਾ ਛੋਟੀ ਉਮਰ ਵਾਲਾ, ਨਾ ਉਹਨਾਂ ਨੇ ਕੋਈ ਸਾਧਨਾ ਸਾਧੀ ਹੋਵੇਗੀ, ਨਾ ਉਹਨਾਂ ਨੇ ਕੋਈ ਬੰਦਗੀ ਕੀਤੀ ਹੋਵੇਗੀ, ਚਿੱਤ ਨੂੰ ਸ਼ਾਂਤੀ ਪ੍ਰਾਪਤ ਹੋਈ ਹੋਵੇਗੀ। ਇਹ ਗੱਲ ਜਦੋਂ ਸਿੱਖਾਂ ਨੇ ਗੁਰੂ ਜੀ ਨੂੰ ਦੱਸੀ ਤਾਂ ਗੁਰੂ ਜੀ ਨੇ ਕਿਹਾ ਕਿ ਉਸ ਨੂੰ ਆਪਣੀ ਵੱਡੀ ਉਮਰ ਦਾ ਹੰਕਾਰ ਹੈ, ਉਸ ਨੂੰ ਆਪਣੀ ਵੱਡੀ ਉਮਰ ਦਾ ਹੰਕਾਰ ਹੈ। ਸਿੱਖਾਂ ਨੇ ਪੁੱਛਿਆ, ਗੁਰੂ ਜੀ ਉਸ ਦੀ ਉਮਰ ਕਿਤਨੀ ਹੈ? ਮਹਾਰਾਜ ਜੀ ਨੂੰ ਪੁੱਛਿਆ ਸਿੰਘਾਂ ਨੇ, ਕਹਿੰਦੇ ਸੱਚੇ ਪਾਤਸ਼ਾਹ ਉਸ ਦੀ ਉਮਰ ਕਿੰਨੀ ਕੁ ਹੈ? ਤਦ ਗੁਰੂ ਜੀ ਨੇ ਦੱਸਿਆ ਕਿ ਉਸ ਦੀ ਉਮਰ ਇਸ ਸਮੇਂ 1520 ਸਾਲ ਦੀ ਹੈ। 1520 ਸਾਲ ਦੀ। ਉਹ ਆਪਣੇ ਸਵਾਸ ਬਹੁਤ ਸਮਾਂ 10ਵੇਂ ਦੁਆਰ ਵਿੱਚ ਚੜਾ ਛੱਡਦਾ ਹੈ, ਕਿਉਂਕਿ ਜਿੰਨੇ ਸਵਾਸ ਜੀਵ ਨੂੰ ਮਿਲੇ ਨੇ ਉਨੇ ਹੀ ਸਵਾਸ ਜੀਵ ਨੇ ਭੋਗ ਕੇ ਇਹ ਸੰਸਾਰ ਤੋਂ ਜਾਣਾ। ਪਰ ਉਹ ਸਾਧੂ ਆਪਣੇ ਸਵਾਸਾਂ ਨੂੰ ਬਹੁਤ ਲੰਮਾ ਸਮਾਂ 10ਵੇਂ ਦੁਆਰ ਚੜਾ ਛੱਡਦਾ ਹੈ ਤੇ ਕਦੀ ਕਦਾਈ ਉਤਾਰ ਕੇ ਗੱਲਬਾਤ ਕਰਦਾ ਤੁਰਦਾ ਫਿਰਦਾ ਹੈ। ਨਹੀਂ, ਆਪਣੇ ਸਵਾਸ 10ਵੇਂ ਦੁਆਰ 'ਚ ਹੀ ਬਹੁਤਾ ਜ਼ਿਆਦਾ ਲੰਮਾ ਚਿਰ ਚੜਾ ਕੇ ਰੱਖਦਾ ਹੈ। ਸਾਧੂ ਦੇ ਚੇਲੇ ਗੁਰੂ ਜੀ ਪਾਸੋਂ ਇਹ ਗੱਲ ਸੁਣ ਕੇ ਬੜੇ ਹੈਰਾਨ ਹੋਏ। ਉਹਨਾਂ ਨੇ ਆਪਣੇ ਗੁਰੂ ਉਸ ਸਾਧੂ ਨੂੰ ਕਿਹਾ, ਮਹੰਤ ਜੀ, ਗੁਰੂ ਜੀ ਨੇ ਤੁਹਾਡੀ ਉਮਰ ਠੀਕ ਦੱਸ ਦਿੱਤੀ ਹੈ ਅਤੇ ਕਿਹਾ ਹੈ ਕਿ ਤੁਹਾਨੂੰ ਵੱਡੀ ਉਮਰ ਦਾ ਹੰਕਾਰ ਹੈ। ਸਾਧੂ ਜੀ ਇਹ ਸੁਣ ਕੇ ਬੜਾ ਹੈਰਾਨ ਹੋਇਆ ਕਿ ਇਤਨੀ ਉਮਰ ਵਿੱਚ ਗੁਰੂ ਜੀ ਨੂੰ ਇਤਨੀ ਸੁਝੀ ਹੈ। ਗੁਰੂ ਜੀ ਸਰਬ ਕਲਾ ਸਮਰੱਥ ਜਾਪਦੇ ਨੇ। ਕਹਿੰਦਾ ਇੰਜ ਜਾਪਦਾ ਹੈ ਕਿ ਗੁਰੂ ਜੀ ਸਰਬ ਕਲਾ ਸਮਰੱਥ ਨੇ। ਕਹਿੰਦਾ ਉਹਨਾਂ ਦਾ ਦਰਸ਼ਨ ਕਰਨਾ ਚਾਹੀਦਾ ਹੈ। ਇਹ ਗੱਲ ਆਖ ਕੇ ਸਾਧੂ ਤੁਰੰਤ ਹੀ ਸੋਟੀ ਹੱਥ ਵਿੱਚ ਫੜ ਕੇ ਗੁਰੂ ਜੀ ਪਾਸ ਹੌਲੀ ਹੌਲੀ ਤੁਰ ਕੇ ਆਇਆ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਨੂੰ ਵੇਖ ਕੇ ਆਖਿਆ, ਸੰਤ ਜੀ ਬੈਠ ਜਾਓ। ਸਾਧੂ ਪ੍ਰਣਾਮ ਕਰਕੇ ਬੈਠ ਕੇ ਰਹਿਰਾਸ ਸਾਹਿਬ ਦਾ ਪਾਠ ਸੁਣਦਾ ਰਿਹਾ। ਜਦ ਭੋਗ ਪਿਆ ਤਾਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਨੂੰ ਆਪਣਾ ਸਿੱਖ ਬਣਾ ਲਵੋ, ਮੈਨੂੰ ਆਪਣਾ ਸਿੱਖ ਬਣਾ ਲਵੋ। ਤੁਸੀਂ ਸਰਬ ਕਲਾ ਸੰਪੂਰਨ ਹੋ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੱਸ ਕੇ ਕਿਹਾ, ਸੰਤ ਜੀ ਤੁਸੀਂ ਤਾਂ ਅੱਗੇ ਹੀ ਸਿੱਖ ਹੋ, ਜਿਸ ਨੇ ਬਹੁਤ ਸਮਾਧੀਆਂ ਵਿੱਚ ਪ੍ਰਭੂ ਨੂੰ ਸਿਮਰਿਆ ਹੈ ਅਤੇ ਮੁਕਤੀ ਦੇ ਸਾਧਨ ਸਾਧੇ ਹਨ। ਅਕਾਲ ਪੁਰਖ ਨੂੰ ਨਮਸਕਾਰ ਕਰੋ, ਸਭ ਬੰਧਨ ਟੁੱਟ ਜਾਣਗੇ। ਜਦ ਸਾਧੂ ਗੁਰੂ ਜੀ ਨੂੰ ਨਮਸਕਾਰ ਕਰਕੇ ਜਾਣ ਲੱਗਾ ਤਾਂ ਸਿੰਘਾਂ ਨੇ ਪੁੱਛਿਆ, ਸੰਤ ਜੀ ਤੁਸਾਂ ਆਪਣੀ ਇਤਨੀ ਵੱਡੀ ਉਮਰ ਵਿੱਚ ਸ੍ਰਿਸ਼ਟੀ ਦਾ ਬਹੁਤ ਕੁਝ ਦੇਖਿਆ ਹੋਵੇਗਾ, ਦੁਨੀਆ ਦਾ ਬਹੁਤ ਕੁਝ ਦੇਖਿਆ ਹੋਵੇਗਾ,
ਕੁਛ ਸਾਨੂੰ ਵੀ ਦੱਸੋ। ਸਾਧੂ ਨੇ ਕਿਹਾ, ਕਈ ਵਾਰ ਜਦ ਮੇਰੀ ਸਮਾਧੀ ਖੁੱਲਦੀ ਸੀ ਤਾਂ ਸਰੀਟੀ ਵਿੱਚ ਕੋਈ ਜੀਵ ਜੰਤ ਨਹੀਂ ਸੀ ਹੁੰਦਾ, ਤੇ ਕਈ ਵਾਰ ਜਦ ਮੈਂ ਸਮਾਧੀ ਖੋਲਦਾ ਸਾਂ ਤਾਂ ਸ੍ਰਿਸ਼ਟੀ ਅਨੇਕ ਪ੍ਰਕਾਰ ਦੇ ਜੀਵਾਂ ਨਾਲ ਭਰਪੂਰ ਹੁੰਦੀ ਸੀ। ਇਸ ਤਰ੍ਹਾਂ ਮੈਂ ਵੇਖਿਆ ਹੈ ਕਿ ਮੇਰੀ ਉਮਰ ਵਿੱਚ ਕਈ ਵਾਰ ਸ੍ਰਿਸ਼ਟੀ ਦੁਨੀਆ ਉਜੜੀ ਤੇ ਕਈ ਵਾਰ ਵਸੀ ਹੈ। ਉਹ ਜਗ੍ਹਾ ਦੇਖੀਆਂ ਨੇ ਜਿੱਥੇ ਵੱਡੇ ਵੱਡੇ ਮਹਿਲ ਬਣੇ ਹੋਏ ਆ, ਤੇ ਉੱਥੇ ਹੀ ਉਹ ਜਗ੍ਹਾ ਵੇਖੀ ਆ ਜਿੱਥੇ ਵੱਡੇ ਵੱਡੇ ਮਹਿਲ ਬਣੇ ਹੋਏ ਆ। ਉੱਥੇ ਉਹ ਜਗ੍ਹਾ ਵੀ ਦੇਖੀ ਆ ਜਿੱਥੇ ਮੈਦਾਨ ਟੋਏ ਟਿੱਬੇ ਬਣੇ ਹੋਏ ਆ। ਈਸ਼ਵਰੀ ਦੀ ਮਾਇਆ ਬੇਅੰਤ ਹੈ। ਇੱਥੇ ਇੱਕ ਰਾਤ ਵਿਸਰਾਮ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਗੇ ਚੱਲ ਪਏ। ਜੈਸਾ ਦੇਸ ਵੈਸਾ ਭੇਸ। ਗੁਰੂ ਜੀ ਆਪਣੇ ਬਰਾੜ ਸਿੰਘਾਂ ਨਾਲ ਘੋੜ ਸਵਾਰ ਹੋ ਕੇ ਉਜਾੜੋ ਉਜਾੜ ਜੰਗਲਾਂ ਵਿੱਚ ਦੀ ਜਦ ਪਿੰਡ ਨੌ ਥੇਹ ਡੇਰਾ ਕਰਨ ਲੱਗੇ ਤਾਂ ਉੱਥੋਂ ਦੇ ਵਸਨੀਕ ਨੇ ਆਖਿਆ, ਗੁਰੂ ਜੀ ਤੁਸੀਂ ਬਾਦਸ਼ਾਹੀ ਫੌਜਾਂ ਨਾਲ ਲੜਾਈ ਕਰਕੇ ਆਏ ਹੋ, ਸਾਡੇ ਪਿੰਡ ਡੇਰਾ ਨਾ ਕਰੋ। ਤਦ ਗੁਰੂ ਜੀ ਨੇ ਆਪਣਾ ਡੇਰਾ ਅੱਗੇ ਪਿੰਡ ਫਤਿਹ ਸਮੂਹ ਜਾ ਕੀਤਾ। ਇਸ ਪਿੰਡ ਦੇ ਵਸਨੀਕ ਹਰੀ ਕੇ ਬੜੇ ਪ੍ਰੇਮ ਨਾਲ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਅਤੇ ਬੜੇ ਪ੍ਰੇਮ ਨਾਲ ਆਪ ਜੀ ਨੂੰ ਇੱਕ ਲੂੰਗੀ ਤੇ ਖੇਸ ਭੇਟ ਕੀਤਾ। ਉਹਨਾਂ ਦੀ ਸਰਧਾ ਵੇਖ ਕੇ ਗੁਰੂ ਜੀ ਨੇ ਲੂੰਗੀ ਲੱਕ ਨਾਲ ਬੰਨ੍ਹ ਲਈ ਤੇ ਖੇਸ ਮੋਢੇ ਉੱਪਰ ਪਾ ਲਿਆ। ਮਾਨ ਸਿੰਘ ਨੇ ਕਿਹਾ, ਗੁਰੂ ਜੀ ਤੁਸੀਂ ਲੂੰਗੀ ਬੰਨ੍ਹ ਕੇ ਤਨਖਾਈਏ ਹੋ ਗਏ ਹੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੱਸ ਕੇ ਬੋਲੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੱਸ ਕੇ ਬੋਲੇ, ਹੁਣ ਖਾਲਸਾ ਬਹੁਤ ਤਕੜਾ ਹੁੰਦਾ ਜਾਂਦਾ ਹੈ, ਪਰ ਅਸਾਂ ਜੈਸਾ ਦੇਸ ਵੈਸਾ ਭੇਸ। ਲੂੰਗੀ ਤੇੜ ਤੇ ਮੋਢੇ ਖੇਸ, ਇਹਨਾਂ ਦੀ ਸਰਦਾ ਅਨੁਸਾਰ ਭੇਸ ਧਾਰਨ ਕੀਤਾ ਹੈ। ਗੁਰੂ ਜੀ ਨੇ ਹਰੀ ਕੇ ਕਿਸਾਨਾਂ ਨੂੰ ਆਖਿਆ ਕਿ ਅੱਜ ਰਾਤ ਨੂੰ ਤੁਸੀਂ ਸਾਵਧਾਨੀ ਨਾਲ ਸਾਤਰ ਧਾਰਨ ਕਰਕੇ ਸਾਡੇ ਚਾਰ ਸਪੇਰੇ ਖੜੇ ਹੋ ਕੇ ਪਹਿਰਾ ਦੇਣਾ। ਹਰੀ ਕਿਆ ਨੇ ਆਖਿਆ, ਗੁਰੂ ਜੀ ਇੱਥੇ ਕਿਸੇ ਦਾ ਡਰ ਨਹੀਂ, ਇੱਥੇ ਕਿਸੇ ਦਾ ਡਰ ਨਹੀਂ ਹੈ। ਤੁਸੀਂ ਰਾਤ ਨੂੰ ਨਿਸ਼ਚਿੰਤ ਹੋ ਕੇ ਸੌਂ ਜਾਵੋ। ਗੁਰੂ ਜੀ ਨੇ ਕਿਹਾ, ਰਾਤ ਨੂੰ ਪਹਿਰਾ ਦੇਣਾ ਜ਼ਰੂਰੀ ਹੈ ਕਿ ਸਾਡੇ ਬਰਾੜ ਜੋ ਨੌਕਰ ਹਨ ਇਹ ਦਿਨ ਦੇ ਥੱਕੇ ਹੋਏ ਰਾਤ ਨੂੰ ਬੇਫਿਕਰ ਹੋ ਕੇ ਸੌਂ ਜਾਂਦੇ ਹਨ, ਇਸ ਕਰਕੇ ਤੁਸੀਂ ਪਹਿਰਾ ਜ਼ਰੂਰ ਦੇਣਾ। ਹਰੀ ਕਿਆ ਨੇ ਗੁਰੂ ਜੀ ਦਾ ਪਹਿਰਾ ਦੇਣਾ ਮੰਨ ਲਿਆ ਅਤੇ ਜਦੋਂ ਰਾਤ ਨੂੰ ਗੁਰੂ ਜੀ ਦੇ ਡੇਰੇ ਦਾ ਪਹਿਰਾ ਦੇਣ ਵਾਸਤੇ ਉਹਨਾਂ ਨੇ ਆਪਣੇ ਨੌਕਰਾਂ ਡੋਗਰਾਂ ਨੂੰ ਭੇਜ ਦਿੱਤਾ। ਜਦ ਪਹਿਰ ਰਾਤ ਗਈ ਤਾਂ ਗੁਰੂ ਜੀ ਨੇ ਉੱਚੀ ਆਵਾਜ਼ ਨਾਲ ਪੁੱਛਿਆ, ਕੋਈ ਹਰੀ ਕੇ ਪਹਿਰੇ ਉੱਤੇ ਖੜਾ ਹੈ? ਉੱਤਰ ਵਿੱਚ ਡੋਗਰੇ ਬੋਲੇ, ਗੁਰੂ ਜੀ ਅਸੀਂ ਪਹਿਰੇ ਉੱਤੇ ਖੜੇ ਹਾਂ, ਤੁਸੀਂ ਨਿਸ਼ਚਿੰਤ ਹੋ ਕੇ ਸੁੱਤੇ ਰਹੋ ਜੀ।
जद अद्धी रात होई गुरु जी ने फिर ऊंची आवाज नाल पुछया, हरि का कोई पैरे उत्ते आया है? डोगरा ने कहा, जी असी डोगर उन्हां दे नौकर पैरे उत्ते सावधान होके खड़े हाँ। उपरंत जद एक पहर रात रह गई तो गुरु जी ने फिर पूछया, कोई हरि का आया है? अगो डोगर बोले, जी असी पहरे उत्ते खड़े हाँ, हरि का कोई नहीं आया। असी भी तुहाडे सेवक हाँ, जे हुक्म होवे सानू दसो, जो हुक्म होवे सानू दसो। डोगरां दी यह दीन बेनती सुन के गुरु जी बड़े प्रसन्न होके फरमाया, तुसी सतलुज नदी दे किनारे बसदे रहो, ये तुहाडा विशेष इलाका होवेगा, तुसी इहदे चौधरी होवोगे। गुरु जी दे इन्हां बचनां दी बख्शिश नाल डोगरे इलाके दे मालक हो गए ਅਤੇ हरि के मंदभागी होण करके आप जी तो कुछ प्राप्त ना कर सके, जिउंदे त्यों ही रह गए। दूसरे दिन गुरु जी ने उत्थों चल के उजाड़ विच बेरियां दे बिरसां हेठां जा डेरा लाया। इत्थे एक रात कट के दूसरे दिन वजीदपुरे वजीदेपुर फिरोजपुर सौनी तो लुधियाने वाली सड़क उत्ते 4 मील जा ठहरे। इत्थों दे सिंह गुरु जी नूं इत्थों दे सिंह ने गुरु जी नूं आख्या, गुरु जी तुसी कसूर दे नेड़े आ गए हो, इस इलाके विच पठाणा दा बड़ा जोर है, तुसी पिछे चले जाओ। गुरु जी ने फरमाया, असी तुरकां दे तेज प्रताप नूं अगे तो दूर कर दिता, साडियां नौबतां काने कासे वजणगियां। इस पिंड दी ढाब दे कंढे जिथे गुरु जी ने अपने घोड़े बन्नण वास्ते जंड ते 3 किले गड्डे सन, वो 3 किले हरे हो के जंड दे बिरस हो गए, जिन्हां नूं सरदावान सिख बड़ी सरदा नाल मनदे हन। गुरुद्वारे दा नाम गुरुसर है। स्थान मुक्तसर तो 8 को दखण दिशा वल है। तो गुरमुख प्यारिओ, एक हंकारी नाथ दा हंकार दूर करना, एक हंकारी नाथ दा हंकार दूर करना। दूसरे दिन गुरु जी ने वजीदपुर तो रुपाणे ते उत्थों दूसरे दिन थहेड़ी पिंड जा डेरा कीता। घोड़े बन के उन्हां नूं घाह पट्ठा पा दिता। इत्थे इस पिंड विच एक बड़ा करामाती नाथ रहिंदा सी, जिहदे कोल शक्ति सन, जिहड़ा बड़ा करामाती सी, वो रहिंदा सी। वो आप जी दे दर्शन करन आया। नाथ ने कहा, तुसीं जगत विच गुरु कहाउंदे हो? वो नाथ ने कहा, तुसीं जगत विच गुरु कहाउंदे फिरदे हो, जे कोई तुहाडे पास करामात है तां विखाओ, क्योंकि करामात वेखे तो बिना मेरा मन गुरु भावना उत्ते पतीजदा नहीं। गुरु गोबिंद सिंह महाराज जी बोले, नाथ जी जद असीं तुहाडे अस्थान ते आवांगे तां करामात विखावांगे, निचा रखो। उपरंत एक दिन आप जी नाथ पास उसदे डेरे सुभावक ही चले गए। गल्लां बातां हो रहीआं सन।
ਕਿ ਆਪ ਜੀ ਨੇ ਆਪਣਾ ਇੱਕ ਤੀਰ ਪੱਥੇ ਵਿੱਚੋਂ ਕੱਢ ਕੇ ਧਰਤੀ ਉੱਤੇ ਸੁਹਾ ਕੇ ਨਾਥ ਦੇ ਸਿਰ ਤੇ ਲਾਇਆ ਅਤੇ ਉਸ ਨੂੰ ਆਖਿਆ ਕਿ ਨਾਥ ਜੀ ਹੁਣ ਆਪਣੀ ਗੱਲ ਦੱਸੋ। ਆਨੰਦ ਪ੍ਰਸੰਨ ਹੋ ਨਾਥ ਨੇ ਕਿਹਾ, ਗੁਰੂ ਜੀਓ ਮੈਂ ਰਾਜੀ ਕਰਾਮਾਤ ਸਹਿਤ ਸਾਂ, ਪਰ ਤੁਸੀਂ ਮੈਨੂੰ ਮੇਰੀ ਕਰਾਮਾਤ ਖੋਹ ਲਈ, ਮੇਰੀ ਕਰਾਮਾਤ ਖੋ ਕੇ ਦੀਨ ਕਰ ਦਿੱਤਾ ਹੈ। ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ, ਤੁਸੀਂ ਡਾਢੇ ਹੋ। ਗੁਰੂ ਜੀ ਨੇ ਕਿਹਾ, ਚਲੋ ਨਾਥ ਜੀ ਦਿੱਲੀ ਲਾਹੌਰ ਆਦਿ ਨਗਰਾਂ ਦੀ ਸੈਰ ਕਰੀਏ, ਫਿਰ ਜਦ ਆਖੋਗੇ ਵਾਪਸ ਆ ਜਾਵੋਗੇ। ਨਾਥ ਨੇ ਕਿਹਾ, ਗੁਰੂ ਜੀ ਤੁਸਾਂ ਮੈਨੂੰ ਕਿਤੇ ਜਾਣ ਜੋਗਾ ਨਹੀਂ ਛੱਡਿਆ, ਮੈਂ ਹੁਣ ਤੁਹਾਡੇ ਅਧੀਨ ਹਾਂ। ਗੁਰੂ ਜੀ ਨੇ ਕਿਹਾ, ਜਿਹੜੀ ਤੁਹਾਡੀ ਇੱਛਾ ਕਰਾਮਾਤ ਦੇਖਣ ਦੀ ਸੀ ਉਹ ਇਹੀ ਫਲੀਭੂਤ ਹੋਈ ਹੈ, ਹੋਰ ਕੁਝ ਨਹੀਂ ਹੋਇਆ। ਅਜਿਹੀਆਂ ਸਾਧਨਾ ਗੱਲਾਂ ਵਾਸਤੇ ਨਾ ਕਿਸੇ ਦੀ ਕਰਾਮਾਤ ਵੇਖਣੀ ਚਾਹੀਦੀ ਹੈ, ਨਾ ਹੀ ਕਿਸੇ ਨੂੰ ਵਿਖਾਉਣੀ ਚਾਹੀਦੀ ਆ। ਇਸੇ ਕਰਕੇ ਕਰਾਮਾਤਾਂ ਵਿਖਾਉਣੀਆਂ ਮਨਾ ਕੀਤੀਆਂ। ਰੱਬ ਦੇ ਪਿਆਰਿਆਂ ਦੇ ਵਿੱਚ ਕਰਾਮਾਤਾਂ ਹੁੰਦੀਆਂ ਨੇ। ਜਿਹੜੇ ਭਜਨ ਬੰਦਗੀ ਕਰਨ ਵਾਲੇ ਨੇ ਉਹਨਾਂ ਦੇ ਕੋਲ ਸ਼ਕਤੀਆਂ ਕਰਾਮਾਤਾਂ ਹੁੰਦੀਆਂ ਨੇ, ਪਰ ਉਹ ਕਿਸੇ ਨੂੰ ਵਿਖਾਉਂਦੇ ਨਹੀਂ। ਆਖੋ ਸਤਿਨਾਮ। ਆਪਣੇ ਆਪ ਵਰਤ ਜਾਂਦੀਆਂ ਨੇ। ਇਸ ਤਰ੍ਹਾਂ ਹਉਮੈ ਉਤਪੰਨ ਹੁੰਦੀ ਹੈ, ਜਿਸ ਨਾਲ ਪੁਰਸ਼ ਦੀ ਗੌਰਵਤਾ ਨਹੀਂ ਹੁੰਦੀ। ਜੋਗੀ ਨਾਥ ਨੇ ਆਪ ਜੀ ਦਾ ਇਹ ਉਪਦੇਸ਼ ਸੁਣ ਕੇ ਨਮਸਕਾਰ ਕੀਤੀ, ਆਪਣੀ ਭੁੱਲ ਬਖਸ਼ਾ ਕੇ ਡੇਰੇ ਨੂੰ ਚਲਿਆ ਗਿਆ। ਇੱਕ ਭੁੰਦੜ ਦੀਵਾਨੇ ਤੇ ਪ੍ਰਸੰਨਤਾ। ਤਾਂ ਗੁਰਮੁਖ ਪਿਆਰਿਓ, ਤਹੇੜੀ ਤੋਂ ਚੱਲ ਕੇ ਗੁਰੂ ਜੀ ਸਿਆਂ ਕੋਹਾਂ ਤੇ ਪਿੰਡ ਜਾ ਉਤਰੇ। ਇੱਕ ਸਿੱਖ ਭੁੰਦੜ ਦੀਵਾਨਾ ਰਹਿੰਦਾ ਸੀ। ਉਸਨੇ ਇੱਕ ਥਾਨ ਮਲ ਕੇ 5 ਰੁਪਈਏ ਉਸਨੇ ਇੱਕ ਥਾਨ ਮਲ ਤੇ 5 ਰੁਪਏ ਗੁਰੂ ਜੀ ਨੂੰ ਮੱਥਾ ਟੇਕਿਆ। ਪਿੰਡ ਦੇ ਲੋਕ ਦੁੱਧ ਦੇ ਭਾਂਡੇ ਭਰ ਕੇ ਲੈ ਕੇ ਆਏ। ਭੁੰਦੜ ਨੇ ਦੁੱਧ ਵਿੱਚ ਮਿੱਠਾ ਪਾ ਕੇ ਬੜੇ ਪ੍ਰੇਮ ਨਾਲ ਪਹਿਲਾਂ ਗੁਰੂ ਜੀ ਨੂੰ ਤੇ ਫਿਰ ਸਾਰੇ ਸਿੰਘਾਂ ਨੂੰ ਛਕਾਇਆ। ਗੁਰੂ ਜੀ ਉਸ ਦਾ ਪ੍ਰੇਮ ਵੇਖ ਕੇ ਬੜੇ ਪ੍ਰਸੰਨ ਹੋਏ। ਭੁੰਦੜ ਨੇ ਕਿਹਾ, ਗੁਰੂ ਜੀ ਮੈਨੂੰ ਆਪਣਾ ਸੇਵਕ ਜਾਣ ਕੇ ਕੋਈ ਸੇਵਾ ਦੱਸੋ। ਗੁਰੂ ਜੀ ਨੇ ਉਸ ਨੂੰ ਖੁਸ਼ੀ ਦਾ ਥਾਪੜਾ ਦਿੱਤਾ ਅਤੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਅੱਗੇ ਨੂੰ ਤੁਰ ਪਏ ਅਤੇ ਝਾਣੀ ਪਿੰਡ ਜਾ ਠਹਿਰੇ। ਗੁਰੂ ਜੀ ਝਰਾਣੀ ਪਿੰਡ ਦੀ ਪੂਰਬ ਦਿਸ਼ਾ ਵੱਲ ਇੱਕ ਤਾਲ ਦੇ ਕਿਨਾਰੇ ਖੜੇ ਸਨ। ਇੱਕ ਬਹੁਤ ਵੱਡਾ ਭਾਰੀ ਸੱਪ ਫਣ ਖਿਲਾਰ ਕੇ ਆਪ ਜੀ ਵੱਲ ਆਇਆ। ਗੁਰੂ ਗੋਬਿੰਦ ਸਿੰਘ ਮਹਾਰਾਜੀਆਂ ਨੇ ਤਤਕਾਲ ਹੀ ਉਸ ਨੂੰ ਇੱਕ ਤੀਰ ਮਾਰ ਦਿੱਤਾ। ਉਪਰੰਤ ਗੁਰੂ ਜੀ ਨੇ ਸਿੱਖਾਂ ਨੂੰ ਦੱਸਿਆ ਕਿ ਇਹ ਵੱਡਾ ਹੰਕਾਰੀ ਮਸੰਦ ਸੀ। ਇਸ ਨੇ ਸਤ ਸੰਗਤ ਵਿੱਚ ਬੈਠ ਕੇ ਆਪਣਾ ਮਨ ਕਦੀ ਨੀਵਾਂ ਨਹੀਂ ਸੀ ਕੀਤਾ। ਆਕੜ ਵਿੱਚ ਰਹਿੰਦਾ ਸੀ। ਗੁਰੂ ਦੀ ਕਾਰ ਭੇਟ ਦਾ ਸਾਰਾ ਧਨ ਇਕੱਠਾ ਕਰਕੇ ਆਪ ਹੀ ਖਾ ਜਾਂਦਾ ਸੀ।
ਮਰਨ ਸਮੇਂ ਇਸ ਨੇ ਧਨ ਦੀ ਯਾਦ ਵਿੱਚ ਪ੍ਰਾਣ ਤਿਆਗੇ ਸਨ, ਜਿਸ ਕਰਕੇ ਇਸ ਨੇ ਇਸ ਸੱਪ ਦੀ ਜੂਨ ਪਾਈ। ਸਾਨੂੰ ਵੇਖ ਕੇ ਇਹ ਆਪਣੀ ਰੱਖਿਆ ਵਾਸਤੇ ਭੱਜਿਆ ਆਉਂਦਾ ਸੀ, ਸੋ ਅਸਾਂ ਇਸ ਦੀ ਮੁਕਤੀ ਕਰ ਦਿੱਤੀ। ਆਖੋ ਸਤਨਾਮ। ਇਹਦੀ ਅਸਾਂ ਨੇ ਮੁਕਤੀ ਕਰ ਦਿੱਤੀ। ਹੁਣ ਜਿਹੜੇ ਬਰਾੜ ਗੁਰੂ ਜੀ ਦੇ ਨਾਲ ਸਨ, ਬਰਾੜਾਂ ਨੇ ਤਨਖਾਹਾਂ ਮੰਗਣੀਆਂ। ਝਰਾਣੀ ਪਿੰਡ ਤੋਂ ਚੱਲ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਤਿਆਣੇ ਪਿੰਡ ਆ ਡੇਰਾ ਕੀਤਾ। ਜਦ ਗੁਰੂ ਜੀ ਇੱਥੋਂ ਦੂਸਰੇ ਦਿਨ ਅੱਗੇ ਨੂੰ ਤੁਰਨ ਲੱਗੇ ਤਾਂ ਬਰਾੜ ਨੌਕਰਾਂ ਨੇ ਗੁਰੂ ਜੀ ਦੇ ਘੋੜੇ ਦੀ ਬਾਂਗ ਫੜ ਕੇ ਕਿਹਾ ਕਿ ਸਾਨੂੰ ਸਾਡੀਆਂ ਨੌਕਰੀਆਂ ਦੇ ਪੈਸੇ ਦਿਓ। ਤੁਸੀਂ ਲਾਰੇ ਲਾ ਕੇ ਸਾਨੂੰ ਅੱਗੇ ਹੀ ਅੱਗੇ ਲਈ ਜਾਂਦੇ ਹੋ। ਦਾਨ ਸਿੰਘ ਨੇ ਕਿਹਾ ਕਿ ਧੀਰਜ ਰੱਖੋ, ਗੁਰੂ ਜੀ ਤੁਹਾਡੀਆਂ ਤਨਖਾਹੀਂ ਨਹੀਂ ਰੱਖਣਗੇ। ਜਦ ਸੰਗਤ ਵੱਲੋਂ ਕਾਰ ਭੇਟਾ ਦਾ ਧਨ ਆ ਜਾਏਗਾ, ਉਸ ਸਮੇਂ ਤੁਹਾਨੂੰ ਪੈਸੇ ਮਿਲ ਜਾਣਗੇ। ਪਰ ਬਰਾੜਾ ਨੇ ਕਿਹਾ ਅਸੀਂ ਤਾਂ ਪੈਸੇ ਲੈ ਕੇ ਹੀ ਅੱਗੇ ਜਾਣ ਦੇਣਾ ਹੈ, ਕਿਉਂਕਿ ਇੱਥੋਂ ਅੱਗੇ ਸਾਬੋ ਕੀ ਤਲਵੰਡੀ ਦੀ ਹੱਦ ਆ ਜਾਣੀ ਹੈ। ਉੱਥੇ ਡੱਲੇ ਚੌਧਰੀ ਦਾ ਜ਼ੋਰ ਹੈ। ਜਦ ਉਹ ਇਹਨਾਂ ਨੂੰ ਮਿਲ ਪਿਆ ਤਾਂ ਫਿਰ ਸਾਨੂੰ ਤਨਖਾਹਾਂ ਲੈਣੀਆਂ ਔਖੀਆਂ ਹੋ ਜਾਣਗੀਆਂ। ਸਾਡਾ ਬਾਲ ਬੱਚਾ ਸਾਡੇ ਵੱਲ ਉਡੀਕ ਲਾਈ ਬੈਠਾ ਹੈ ਕਿ ਅਸੀਂ ਇੱਥੋਂ ਪੈਸੇ ਭੇਜਦੇ ਹਾਂ ਤਾਂ ਉਹ ਗੁਜ਼ਾਰਾ ਕਰਦੇ ਹਨ। ਇਸ ਕਰਕੇ ਅਸਾਂ ਇੱਥੇ ਹੀ ਪੈਸੇ ਲੈ ਕੇ ਘਰਾਂ ਨੂੰ ਚਲੇ ਜਾਣਾ ਹੈ, ਹੋਰ ਨੌਕਰੀ ਨਹੀਂ ਕਰਨੀ। ਇਹਨਾਂ ਬਰਾੜਾਂ ਦਾ ਇਸ ਤਰ੍ਹਾਂ ਦਾ ਹੱਠ ਵੇਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਬਰਾੜੋ ਸੁਣੋ, ਤੁਸੀਂ ਆਪਣੀ ਸਿੱਖੀ ਰੱਖ ਲਵੋ ਜਾਂ ਸਾਡੇ ਪਾਸੋਂ ਨੌਕਰੀ ਲੈ ਲਵੋ। ਦੱਸੋ ਨੌਕਰੀ ਲੈਣੀ ਹੈ ਜਾਂ ਸਿੱਖੀ ਰੱਖਣੀ ਹੈ? ਦੋਨਾਂ ਵਿੱਚੋਂ ਕਿਹੜੀ ਤੁਹਾਨੂੰ ਪ੍ਰਵਾਨ ਹੋਵੇ, ਉਹੀ ਮੈਨੂੰ ਦੱਸੋ। ਬਰਾੜਾ ਨੇ ਸਲਾਹ ਕਰਕੇ ਆਖਿਆ, ਗੁਰੂ ਜੀ ਅਸੀਂ ਸਿੱਖੀ ਨਹੀਂ ਰੱਖਣੀ ਚਾਹੁੰਦੇ, ਸਾਨੂੰ ਸਾਡੀਆਂ ਤਨਖਾਹਾਂ ਦੇ ਦਿਓ। ਬਰਾੜਾਂ ਦੀ ਗੱਲ ਸੁਣ ਕੇ ਗੁਰੂ ਜੀ ਨੇ ਆਪਣੇ ਤੀਰ ਖਿੱਚ ਕੇ ਆਕਾਸ਼ ਵੱਲ ਚਲਾਇਆ, ਜਿਸ ਨਾਲ ਘਨ ਘੋਰ ਘਟਾ ਆ ਗਈ। ਬੱਦਲ ਗਰਜਣ ਲੱਗੇ ਤੇ ਬਹੁਤ ਜ਼ੋਰ ਦੀ ਬਿਜਲੀ ਕੜਕਣ ਲੱਗੀ ਤੇ ਹਵਾ ਚੱਲਣ ਲੱਗੀ ਔਰ ਗੜਿਆਂ ਦਾ ਮੀਂਹ ਵਰਨ ਲੱਗਾ। ਗੜਿਆਂ ਦੀ ਮਾਰ ਅਤੇ ਇਸ ਭਿਆਨਕ ਦਿਸ਼ਾ ਨੂੰ ਵੇਖ ਕੇ ਬਰਾੜ ਭੱਜ ਕੇ ਇੱਕ ਸੰਘਣੇ ਬਿਰਛ ਹੇਠਾਂ ਜਾ ਖੜੇ। ਸ਼ਰਧਾਲੂ ਸਿੰਘ ਗੁਰੂ ਜੀ ਉੱਤੇ ਕੰਬਲ ਤਾਣ ਕੇ ਖੜੇ ਹੋ ਗਏ। ਗੁਰੂ ਜੀ ਨੇ ਆਪਣਾ ਇੱਕ ਖਪਰਾ ਤਾਰ ਆਪਣੇ ਘੋੜੇ ਦੇ ਸਿਰ ਉੱਤੇ ਰੱਖ ਦਿੱਤਾ। ਜਦ ਜਿਸ ਕਰਕੇ ਘੋੜੇ ਦੇ ਸਿਰ ਉੱਤੇ ਕੋਈ ਗੜਾ ਨਾ ਵੱਜਾ, ਇੱਥੇ 4 ਸਪੇਰੇ ਹੀ ਇੱਕ ਕੋਹ ਵਿੱਚ ਇਸ ਤਰ੍ਹਾਂ ਹੀ ਬਹੁਤ ਗੜੇ ਮੀਂਹ ਵਰਿਆ। ਗੁਰੂ ਜੀ ਨੇ ਉੱਥੇ ਹੀ ਬਿਰਮੀ ਸਾਹ ਪਾਸ ਡੇਰਾ ਕਰ ਦਿੱਤਾ। ਪਿੱਛੋਂ ਸਿੱਖਾਂ ਦੀ ਵਹੀਰ ਵੀ ਆ ਮਿਲੀ। ਉਸ ਵਹੀਰ ਵਿੱਚ ਇੱਕ ਖੱਚਰ ਧਨ ਦੀ ਲੱਦ ਕੇ ਲਿਆਏ। ਪਿੱਛੋਂ ਸਿੱਖਾਂ ਦੀ ਵਹੀਰ ਵੀ ਆ ਮਿਲੀ। ਉਸ ਵਹੀਰ ਵਿੱਚ ਇੱਕ ਖੱਚਰ ਮਾਇਆ ਦੀ ਲੱਦ ਕੇ ਲਿਆਂਦੀ।
ਜਿਸਨੇ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਉੱਤੇ ਮੱਥਾ ਟੇਕਿਆ ਤੇ ਸਾਰਾ ਧਨ ਆਪ ਜੀ ਦੇ ਅੱਗੇ ਰੱਖ ਕੇ ਆਖਿਆ, ਮਹਾਰਾਜ ਜੀ ਇਹ ਧਨ ਕੁਬੇਰ ਨੇ ਆਪ ਜੀ ਨੂੰ ਭੇਜਿਆ ਹੈ, ਇਹ ਸੰਭਾਲ ਲਵੋ। ਗੁਰੂ ਜੀ ਨੇ ਸੱਟ ਦਾ ਮੂੰਹ ਖੋਲ ਕੇ ਬਰਾੜਾ ਨੂੰ ਆਖਿਆ ਕਿ ਆਪਣੀਆਂ ਨੌਕਰੀਆਂ ਦਾ ਲੇਖਾ ਕਰ ਲਵੋ, ਕਿੰਨੀ ਕਿੰਨੀ ਤੁਹਾਡੀ ਤਨਖਾਹ ਹੈ ਉਹ ਲੈ ਲਵੋ। ਗੁਰੂ ਜੀ ਨੇ 8 ਆਨੇ ਦਿਹਾੜੀ ਅਸਵਾਰ ਨੂੰ ਤੇ 4 ਆਨੇ ਪੈਦਲ ਨੂੰ ਗਿਣ ਕੇ ਸਭ ਨੂੰ ਪੈਸੇ ਦਵਾ ਦਿੱਤੇ। 500 ਘੋੜ ਸਵਾਰ ਸਨ ਅਤੇ 900 ਪੈਦਲ। 500 ਤਾਂ ਘੋੜਿਆਂ ਦੇ ਉੱਤੇ ਸਨ ਤੇ 900 ਪੈਦਲ ਸਨ। ਸਭ ਨੇ ਜਦ ਆਪਣੀ ਨੌਕਰੀ ਦੇ ਪੈਸੇ ਲਏ ਤਾਂ ਬੜੇ ਆਨੰਦ ਹੋ ਗਏ, ਖੁਸ਼ ਹੋ ਗਏ। ਫਿਰ ਗੁਰੂ ਜੀ ਨੇ ਦਾਨ ਸਿੰਘ ਨੂੰ ਆਖਿਆ, ਆ ਦਾਨ ਸਿੰਘ, ਤੇਰੇ ਸਾਥੀ ਤਾਂ ਸਾਰੇ ਨੌਕਰੀ ਲੈ ਗਏ ਹਨ, ਤੂੰ ਵੀ ਆਪਣਾ ਲੇਖਾ ਕਰਕੇ। ਦਾਨ ਸਿੰਘ ਨੇ ਹੱਥ ਜੋੜ ਕੇ ਆਖਿਆ, ਗੁਰੂ ਜੀ ਮੈਨੂੰ ਇਹਨਾਂ ਨਾਲ ਨਾ ਮੇਲੋ, ਮੇਰੇ ਘਰ ਹੋਰ ਸਭ ਕੁਝ ਹੈ, ਮੈਨੂੰ ਤਾਂ ਆਪਣਾ ਸੇਵਕ ਜਾਣ ਕੇ ਮੈਨੂੰ ਆਪਣੀ ਸਿੱਖੀ ਦੀ ਦਾਤ ਬਖਸ਼ ਦਿਓ। ਗੁਰੂ ਜੀ ਬੜੇ ਖੁਸ਼ ਹੋ ਕੇ ਆਖਿਆ, ਭਾਈ ਦਾਨ ਸਿੰਘਾ ਤੂੰ ਸਿੱਖੀ ਦਾ ਬੀਜ ਰੱਖ ਲਿਆ, ਇਸ ਬੀਜ ਨਾਲ ਹੀ ਸਾਰੇ ਦੇਸ਼ ਵਿੱਚ ਸਿੱਖੀ ਨਿਤਾ ਪ੍ਰਤ ਵਧਦੀ ਰਹੇਗੀ। ਤੂੰ ਇਸ ਜੰਗਲ ਦੇਸ਼ ਤੇ ਬਹੁਤ ਉਪਕਾਰ ਕੀਤਾ। ਜਿਸ ਤਰ੍ਹਾਂ ਸਾਰੇ ਮਾਝੇ ਦੀ ਵਡਿਆਈ ਭਾਈ ਮਹਾ ਸਿੰਘ ਨੇ ਰੱਖ ਲਈ ਸੀ, ਇਸ ਤਰ੍ਹਾਂ ਤੂੰ ਸਾਰੇ ਮਾਲਵੇ ਦੀ ਰੱਖ ਲਈ। ਹੁਣ ਤੂੰ ਖੰਡੇ ਵਟੇ ਦਾ ਅੰਮ੍ਰਿਤ ਛਕ ਕੇ ਸਿੱਖੀ ਧਾਰਨ ਕਰ ਲੈ। ਦਾਨ ਸਿੰਘ ਨੇ ਬੇਨਤੀ ਕੀਤੀ, ਗੁਰੂ ਜੀ ਤਮਾਕੂ ਛੱਡਣਾ, ਮੇਰੇ ਪੇਟ ਵਿੱਚ ਅਫਾਰਾ ਚੜ ਜਾਂਦਾ ਹੈ, ਮੈਂ ਤਮਾਕੂ ਪੀਂਦਾ ਹਾਂ, ਜਿਵੇਂ ਛੱਡ ਦਿੰਨਾ ਅਫਾਰਾ ਚੜ ਜਾਂਦਾ ਹੈ, ਫਿਰ ਮੈਂ ਕੀ ਕਰਾਂਗਾ। ਗੁਰੂ ਜੀ ਨੇ ਕਿਹਾ, ਤੇਰਾ ਕਸ਼ਟ ਅਸੀਂ ਦੂਰ ਕਰਾਂਗੇ। ਮਹਾਰਾਜ ਜੀ ਕਹਿੰਦੇ, ਤੇਰਾ ਕਸ਼ਟ ਅਸੀਂ ਦੂਰ ਕਰਾਂਗੇ, ਤੂੰ ਅੰਮ੍ਰਿਤ ਛਕ ਕੇ ਸਿਰ ਤੇ ਕੇਸ ਰੱਖ ਕੇ ਪੂਰਾ ਸਿੱਖ ਬਣ ਜਾ। ਦਾਨ ਸਿੰਘ ਨੇ ਕਿਹਾ, ਗੁਰੂ ਜੀ ਸਿਰ ਤੇ ਕੇਸ ਨਾ ਰਖਵਾਵੋ, ਕੇਸਾਂ ਤੋਂ ਬਿਨਾਂ ਹੀ ਮੈਨੂੰ ਸਿੱਖ ਕਰ ਲਵੋ, ਕੇਸਾਂ ਤੋਂ ਬਿਨਾਂ ਹੀ ਮੈਨੂੰ ਸਿੱਖ ਬਣਾ ਲਵੋ। ਸਤਿਗੁਰੂ ਜੀ ਨੇ ਕਿਹਾ, ਦਾਨ ਸਿੰਘ ਸਿਰ ਤੇ ਕੇਸ ਰਖਾਉਣ ਦਾ ਇਹ ਕਾਰਨ ਹੈ, ਜੇ ਕੋਈ ਆਪਣੇ ਸਿੱਖ ਕਿਸੇ ਕਾਰਨ ਕਰਕੇ ਨਰਕਾਂ ਵਿੱਚ ਪਿਆ ਹੋਇਆ ਹੈ, ਅਸੀਂ ਵੇਖ ਕੇ ਉਸ ਨੂੰ ਕੇਸਾਂ ਤੋਂ ਪਛਾਣ ਲਵਾਂਗੇ ਤੇ ਨਰਕਾਂ ਦੇ ਵਿੱਚੋਂ ਹੀ ਬਚਾ ਲਵਾਂਗੇ। ਇਸ ਵਾਸਤੇ ਕੇਸਾਂ ਤੋਂ ਫੜ ਕੇ ਕੱਢ ਲਵਾਂਗੇ, ਅਸੀਂ ਆਪਣੀ ਮੋਹਰ ਸਾਪ ਕੇਸਾਂ ਦੀ ਲਾਜ ਰੱਖਾਂਗੇ। ਦਾਨ ਸਿੰਘ ਨੇ ਆਪਣੀ ਦਾੜੀ ਤੇ ਹੱਥ ਰੱਖ ਕੇ ਆਖਿਆ, ਗੁਰੂ ਜੀ ਮੈਨੂੰ ਦਾੜੀ ਤੋਂ ਫੜ ਕੇ ਕੱਢ ਲੈਣਾ। ਦਾਨ ਸਿੰਘ ਦੀ ਇਹ ਗੱਲ ਸੁਣ ਕੇ ਗੁਰੂ ਜੀ ਬਹੁਤ ਹੱਸੇ ਤੇ ਆਖਿਆ, ਭਾਈ ਦਾਨ ਸਿੰਘ ਤੂੰ ਸਾਡਾ ਵਚਨ ਮੰਨ ਕੇ ਕੇਸ ਰੱਖ ਕੇ ਅੰਮ੍ਰਿਤ ਛਕ ਲਾ, ਫਿਰ ਤੈਨੂੰ ਨਰਕਾਂ ਵਿੱਚ ਨਹੀਂ ਪੈਣਾ ਪਵੇਗਾ। ਡੁੱਬਦੇ ਆਦਮੀ ਦੀ ਦਾੜੀ ਪਾਣੀ ਵਿੱਚ ਹੁੰਦੀ ਹੈ, ਫਿਰ ਉਹ ਦਾੜੀ ਫੜੀ ਨਹੀਂ ਜਾਂਦੀ, ਸਿਰ ਦੇ ਕੇਸ ਪਾਣੀ ਦੇ ਉੱਤੇ ਰਹਿੰਦੇ ਹਨ, ਜਿਸ ਕਰਕੇ ਫੜੇ ਜਾ ਸਕਦੇ ਹਨ। ਦਾਨ ਸਿੰਘ ਨੇ ਹੱਥ ਜੋੜ ਕੇ ਆਖਿਆ, ਗੁਰੂ ਜੀ ਭਲਾ ਗੁਰੂ ਜੀ, ਹੁਣ ਮੈਂ ਅੱਗੇ ਤੋਂ ਤਮਾਕੂ ਨਹੀਂ ਪੀਆਂਗਾ, ਸਿਰ ਤੇ ਕੇਸ ਵੀ ਰੱਖ ਲਵਾਂਗਾ, ਮੈਨੂੰ ਅੰਮ੍ਰਿਤ ਛਕਾ ਕੇ ਆਪਣਾ ਸਿੱਖ ਕਰ ਲਵੋ।
ਇਸ ਤਰ੍ਹਾਂ ਗੁਰੂ ਜੀ ਪਾਸੋਂ ਦਾਨ ਸਿੰਘ ਅੰਮ੍ਰਿਤ ਛਕ ਕੇ ਪੂਰਨ ਸਿੰਘ ਸਜ ਗਿਆ ਅਤੇ ਗੁਰੂ ਜੀ ਦੀਆਂ ਖੁਸ਼ੀਆਂ ਦਾ ਪਾਤਰ ਬਣ ਗਿਆ। ਆਖੋ ਸਤਿਨਾਮ। ਬਰਾੜ ਆਪਣੀਆਂ ਤਨਖਾਹਾਂ ਲੈ ਕੇ ਆਪਸ ਵਿੱਚ ਸਲਾਹਾਂ ਕਰਨ ਲੱਗੇ ਕਿ ਗੁਰੂ ਜੀ ਪਾਸ ਅਜੇ ਬਹੁਤ ਧਨ ਹੈ, ਇਹਨਾਂ ਨਾਲ ਪ੍ਰੇਮ ਕਰਕੇ ਕੁਝ ਹੋਰ ਧਨ ਐਠ ਲਈਏ, ਵੀ ਹੋਰ ਧਨ ਇਹਨਾਂ ਦੇ ਕੋਲੋਂ ਲੈ ਲਈਏ। ਸੋ ਸਭ ਨੇ ਇਕੱਠੇ ਹੋ ਕੇ ਕਿਹਾ, ਗੁਰੂ ਜੀ ਜਦ ਅਸੀਂ ਤੁਹਾਡੇ ਨੌਕਰੀ ਕਰਨ ਆਏ ਸੀ ਤਾਂ ਇੱਕ ਜਣਾ ਅਸੀਂ ਤੁਹਾਡੇ ਪਾਸ ਆਏ ਸਾਂ ਤੇ ਦੂਜੇ ਆਪਣੇ ਥਾਂ ਘਰ ਵਿੱਚ ਕੰਮ ਕਰਨ ਵਾਸਤੇ ਛੱਡ ਕੇ ਆਏ ਸਾਂ। ਇਸ ਤਰ੍ਹਾਂ ਅਸਾਂ ਦੋਹਾਂ ਨੇ 2 ਅਤੇ 3 ਦਿਨ 3 ਆਦਮੀ ਪਿੱਛੇ ਛੱਡ ਕੇ ਤੁਹਾਡੀ ਨੌਕਰੀ ਆਣ ਕੀਤੀ ਸੀ। ਇਸ ਕਰਕੇ ਸਾਨੂੰ ਦੂਰੀਆਂ ਤਨਖਾਹਾਂ ਦਿਓ ਜੋ ਘਰ ਜਾ ਕੇ ਉਹਨਾਂ ਨੂੰ ਵੀ ਦਈਏ ਜਿਨ੍ਹਾਂ ਨੂੰ ਅਸੀਂ ਆਪਣੀ ਥਾਂ ਛੱਡ ਕੇ ਆਏ ਸਾਂ। ਨਹੀਂ ਤਾਂ ਉਹ ਘਰ ਵਾਲੇ ਆਦਮੀ ਸਾਡੇ ਸਾਰਿਆਂ ਤੋਂ ਅੱਧਾ ਧਨ ਲੈ ਲੈਣਗੇ ਤੇ ਫਿਰ ਅਸੀਂ ਕੀ ਰੱਖਾਂਗੇ ਤੇ ਕੀ ਖਾਵਾਂਗੇ। ਹੁਣ ਜੇ ਸਾਨੂੰ ਦੁੱਗਣੀ ਨੌਕਰੀ ਦਿਓ ਤਾਂ ਅਸੀਂ ਅੱਗੇ ਤੋਂ ਤੁਹਾਡੀ ਨੌਕਰੀ ਕਰਾਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿਆਲ ਹੋ ਕੇ ਸਭਨਾਂ ਨੂੰ ਦੁੱਗਣੀਆਂ ਤਨਖਾਹਾਂ ਦੇ ਦਿੱਤੀਆਂ। ਮਹਾਰਾਜ ਜੀ ਕਹਿੰਦੇ ਕੋਈ ਨਹੀਂ ਭਾਈ, ਲੈ ਜਾਓ। ਦੁੱਗਣੀਆਂ ਤਨਖਾਹਾਂ ਦੇ ਦਿੱਤੀਆਂ ਅਤੇ ਬਾਕੀ ਜੋ ਅਸਰਫੀਆਂ ਅਤੇ ਰੁਪਈਏ ਬਚ ਗਏ ਉਹ ਆਪ ਜੀ ਨੇ ਧਰਤੀ ਵਿੱਚ ਟੋਆ ਕੱਢ ਕੇ ਦਬਾ ਦਿੱਤੇ ਅਤੇ ਬਚਨ ਕੀਤਾ, ਇਹ ਗੁਪਤ ਸਰ ਹੈ, ਜਿਹੜਾ ਇੱਥੇ ਸਰਧਾ ਨਾਲ ਆਵੇਗਾ ਉਸ ਨੂੰ ਧਨ ਦੀ ਪ੍ਰਾਪਤੀ ਹੋਵੇਗੀ। ਆਪੋ ਆਪਣਿਆਂ ਡੇਰਿਆਂ ਵਿੱਚ ਜਾ ਕੇ ਬਰਾੜ ਸੇਖੀ ਨਾਲ ਗੱਲਾਂ ਕਰਨ ਲੱਗੇ ਕਿ ਵੇਖਿਆ, ਜੇ ਅਸਾਂ ਬਰਸੀ ਦੀ ਨੋਕ ਉੱਤੇ ਇੱਕੋ ਵਾਰ ਹੀ ਗੁਰੂ ਤੋਂ ਸਾਰੀਆਂ ਤਨਖਾਹਾਂ ਲੈ ਲਈਆਂ ਅਤੇ ਫਿਰ ਲਈਆਂ ਵੀ ਦੁੱਗਣੀਆਂ। ਇਹ ਗੱਲਾਂ ਸੁਣ ਕੇ ਇੱਕ ਸਿੱਖ ਨੇ ਗੁਰੂ ਜੀ ਨੂੰ ਜਾ ਦੱਸਿਆ। ਪਾਤਸ਼ਾਹਾਂ ਬਿਗੜੇ ਬਰਾੜ ਸਹਿਬੋ ਹਾਰ ਉਜਾੜ ਸੋ ਝਾੜ। ਇਹ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖੀ ਹੈ ਪੰਗਤੀ। ਪਾਤਸ਼ਾਹ ਬਿਗੜੇ ਬਰਾੜ ਸਹਿਬੋ ਹਾਰ ਉਜਾੜ ਸੋ ਝਾੜ। ਇਹਦੇ ਅਰਥ ਬਣਦੇ ਆ, ਕਹਿੰਦੇ ਉਜਾੜ ਦੇ ਝਾੜਾਂ ਵਿੱਚ ਬਸਣ ਵਾਲੇ ਬਰਾੜ ਵਿਗੜੇ ਹੋਏ ਇਸ ਤਰ੍ਹਾਂ ਸੇਖੀਆਂ ਨਾਲ ਗੱਲਾਂ ਕਰਕੇ ਹੱਸਦੇ ਹਨ ਕਿ ਗੁਰੂ ਜੀ ਨੇ ਇਹ ਸਾਡਾ ਖਾਲਸਾ ਇਹਨਾਂ ਤੋਂ 1000 ਗੁਣਾ ਧਨ ਮੋੜ ਲਵੇਗਾ ਅਤੇ ਇਹ ਖਾਲਸੇ ਦੀ ਰਈਅਤ ਹੋ ਕੇ ਵਸਣਗੇ। ਔਰ ਗੁਰਮੁਖ ਪਿਆਰਿਓ, ਬ੍ਰਹਮੀ ਸਾਹ ਫਕੀਰ ਨੂੰ ਅੰਮ੍ਰਿਤ ਛਕਾਉਣਾ। ਬ੍ਰਹਮੀ ਸਾਹ ਨੇ ਇੱਥੇ ਆਪਣੇ ਜਿਉਂਦੇ ਹੀ ਆਪਣਾ ਇੱਕ ਕਬਰ, ਜਿਉਂਦੇ ਜੀ ਹੀ ਆਪਣੀ ਇੱਕ ਕਬਰ 9 ਹੱਥ ਲੰਮੀ ਔਰ ਬਣਵਾਈ ਹੋਈ ਸੀ ਅਤੇ ਮਰਨ ਸਮੇਂ ਉਸ ਕਬਰ ਵਿੱਚ ਵੜਨ ਵਾਸਤੇ ਇੱਕ ਛੋਟਾ ਜਿਹਾ ਮੋਗਾ ਰੱਖਿਆ ਹੋਇਆ ਸੀ। ਇੱਕ ਦਿਨ ਉਸਨੇ ਗੁਰੂ ਜੀ ਦੀ ਭੇਟਾ 1 ਮਣ ਘਿਓ, 1 ਮਣ ਆਟਾ ਤੇ 1 ਮਣ ਮਿੱਠਾ ਰੱਖ ਕੇ ਮੱਥਾ ਟੇਕਿਆ
ਉਪਰੰਤ ਹੱਥ ਜੋੜ ਕੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਮੈਨੂੰ ਅੰਮ੍ਰਿਤ ਛਕਾ ਕੇ ਆਪਣਾ ਸਿੱਖ ਕਰ ਲਵੋ, ਸਿੱਖ ਬਣਾ ਲਵੋ। ਤੁਹਾਡੇ ਪੰਥ ਦਾ ਉਜਲ ਵੇਸ ਹੈ, ਉਜਲ ਹੀ ਮਤ ਹੈ, ਜਿਸਦਾ ਸਤਨਾਮ ਦੇ ਸਿਮਰਨ ਵਿੱਚ ਚਿੱਤ ਲੱਗਿਆ ਰੰਗਿਆ ਰਹਿੰਦਾ ਹੈ। ਇਸ ਕਰਕੇ ਇਹ ਮੇਰੀ ਅਭਿਲਾਖਾ ਪੂਰੀ ਕਰੋ, ਮੇਰੀ ਇੱਛਾ ਪੂਰੀ ਕਰੋ ਤੇ ਮੈਨੂੰ ਸਿੱਖ ਬਣਾ ਲਵੋ। ਸਤਿਗੁਰੂ ਜੀ ਨੇ ਉਸੇ ਸਮੇਂ ਮਾਨ ਸਿੰਘ ਨੂੰ ਹੁਕਮ ਦੇ ਕੇ ਅੰਮ੍ਰਿਤ ਤਿਆਰ ਕਰਵਾ ਕੇ ਬ੍ਰਹਮੀ ਸਾਨੂੰ ਛਕਾ ਕੇ ਉਹਦਾ ਨਾਮ ਅਜਮੇਰ ਸਿੰਘ ਰੱਖਿਆ। ਗੁਰੂ ਜੀ ਦਾ ਉਪਦੇਸ਼ ਲੈ ਕੇ ਅਜਮੇਰ ਸਿੰਘ ਰਾਤ ਦਿਨ ਸਤਨਾਮ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਅਤੇ ਗੁਰਬਾਣੀ ਦਾ ਪਾਠ ਬੜੇ ਪ੍ਰੇਮ ਨਾਲ ਕਰਕੇ ਮੁਕਤੀ ਨੂੰ ਪ੍ਰਾਪਤ ਹੋ ਗਿਆ। ਆਖੋ ਸਤਨਾਮ। ਦੋ ਬਾਣੀਏ ਸਿੱਖਾਂ ਨੇ ਅੰਮ੍ਰਿਤ ਛਕਣਾ। ਬ੍ਰਹਮੀ ਨੂੰ ਅਜਮੇਰ ਸਿੰਘ ਕਰਕੇ ਦੂਸਰੇ ਦਿਨ ਗੁਰੂ ਜੀ ਅੱਗੇ ਚੱਲ ਕੇ ਕੁਝ ਕੋਹਾਂ ਤੇ ਭਾਈ ਸਾਹਿਬ ਚੰਦ ਦੇ ਪਿੰਡ ਪਹੁੰਚ ਗਏ। ਇੱਥੇ ਦੁਪਹਿਰ ਕੱਟ ਕੇ ਪਿੰਡ ਕੋਟ ਭਾਈ ਜਾ ਡੇਰਾ ਕੀਤਾ। ਇੱਥੇ ਦੋ ਬਾਣੀਏ ਸਿੱਖ ਵਸਦੇ ਸਨ। ਉਹਨਾਂ ਨੇ ਗੁਰੂ ਜੀ ਪਾਸ ਪਹੁੰਚ ਕੇ ਬੇਨਤੀ ਕੀਤੀ ਕਿ ਤੁਸੀਂ ਆਪਣਾ ਲਾਂਗਰੀ ਸਾਡੇ ਨਾਲ ਭੇਜ ਕੇ ਜਿਤਨੀ ਰਸਤ ਦੀ ਲੋੜ ਹੈ ਮੰਗਵਾ ਲਵੋ। ਸਤਿਗੁਰੂ ਜੀ ਨੇ ਖੁਸ਼ ਹੋ ਕੇ ਉਹਨਾਂ ਨੂੰ ਆਖਿਆ, ਸਿੱਖੋ ਅੰਮ੍ਰਿਤ ਛਕ ਕੇ ਖਾਲਸਾ ਸਜ ਜਾਵੋ, ਅੰਤ ਸਮੇਂ ਪਰਮਗਤ ਪ੍ਰਾਪਤ ਕਰ ਲਵੋਗੇ। ਉਹਨਾਂ ਨੇ ਗੁਰੂ ਜੀ ਦਾ ਬਚਨ ਮੰਨ ਕੇ ਕੜਾਹ ਪ੍ਰਸਾਦ ਦੀ ਦੇਗ ਤਿਆਰ ਕਰਕੇ ਲੈ ਆਂਦੀ। ਗੁਰੂ ਜੀ ਨੇ ਗੁਰਬਖਸ਼ ਸਿੰਘ ਨੂੰ ਆਖਿਆ ਕਿ ਅੰਮ੍ਰਿਤ ਤਿਆਰ ਕਰਕੇ ਇਹਨਾਂ ਨੂੰ ਛਕਾਓ। ਉਪਰੰਤ ਗੁਰਬਖਸ਼ ਸਿੰਘ ਔਰ ਗੁਰਬਖਸ਼ ਸਿੰਘ ਝੋਰੜ ਨੇ ਅੰਮ੍ਰਿਤ ਤਿਆਰ ਕਰਕੇ ਦੋਹਾਂ ਸਿੱਖਾਂ ਨੂੰ ਛਕਾ ਦਿੱਤਾ। ਇੱਕ ਦਾ ਨਾਂ ਰੰਗੀ ਸੀ, ਉਹਦਾ ਨਾਂ ਰੰਗੀ ਸਿੰਘ ਰੱਖਿਆ, ਅਤੇ ਦੂਸਰੇ ਦਾ ਨਾਮ ਘੁੰਮੀ ਸੀ, ਉਹਦਾ ਨਾਮ ਘੁੰਮੀ ਸਿੰਘ ਰੱਖਿਆ। ਇਸ ਤਰ੍ਹਾਂ ਨਿਹਾਲ ਹੋ ਕੇ ਦੋਹਾਂ ਸਿੰਘਾਂ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਸਾਰੇ ਡੇਰੇ ਦੀ ਰਸਤ ਪਾਣੀ ਨਾਲ ਬੜੇ ਪ੍ਰੇਮ ਨਾਲ ਸੇਵਾ ਕੀਤੀ। ਘੋੜਿਆਂ ਵਾਸਤੇ ਬਹੁਤ ਸਾਰਾ ਦਾਣਾ ਦਿੱਤਾ। ਦੂਸਰੇ ਦਿਨ ਗੁਰੂ ਜੀ ਘੋੜੇ ਉੱਤੇ ਸਵਾਰ ਹੋ ਕੇ ਸ਼ਿਕਾਰ ਕਰਨ ਵਾਸਤੇ ਜੰਗਲ ਵਿੱਚ ਗਏ ਅਤੇ ਮਨ ਭਾਉਂਦੇ ਖੇਲ ਕਰਕੇ ਸੁਨਿਆਰ ਪਿੰਡ ਰਾਤ ਡੇਰਾ ਕਰਕੇ ਰਹਿਲੇ ਪਿੰਡ ਜਾ ਉਤਰੇ। ਰੋਹਲੇ ਪਿੰਡ ਜਾ ਉਤਰੇ। ਰੋਹਲੇ ਤੋਂ ਚੱਲ ਕੇ ਬੰਬੀਹੇ ਜਾ ਠਹਿਰੇ। ਇੱਥੋਂ 9 ਦਿਨ ਮੁਕਾਮ ਕਰਕੇ ਬਾਜਕ ਪਿੰਡ ਚਲੇ ਗਏ। ਬਾਜਕ ਦੇ ਲੋਕਾਂ ਨੇ ਸਾਰੇ ਘਰਾਂ ਤੋਂ ਦੁੱਧ ਇਕੱਠਾ ਕਰਕੇ ਘੜੇ ਭਰ ਕੇ ਆਪ ਜੀ ਪਾਸ ਲੈ ਆਂਦੇ ਅਤੇ ਉਸ ਵਿੱਚ ਮਿੱਠਾ ਪਾ ਕੇ ਬੜੇ ਪ੍ਰੇਮ ਨਾਲ ਸਭ ਸਿੰਘਾਂ ਨੂੰ ਦੁੱਧ ਛਕਾਇਆ। ਜਦ ਇੱਕ ਸਿੰਘ ਨੇ ਦੁੱਧ ਨਾ ਪੀਤਾ ਤਾਂ ਗੁਰੂ ਜੀ ਨੇ ਉਸ ਤੋਂ ਇਹਦਾ ਕਾਰਨ ਪੁੱਛਿਆ। ਉਸਨੇ ਕਿਹਾ, ਜੀ ਮੈਂ ਰੋਟੀ ਖਾਧੀ ਹੋਈ ਆ, ਗਊ ਦਾ ਦੁੱਧ ਪੀਣ ਨਾਲ ਦੁੱਧ ਪੀਣ ਦੇ ਨਾਲ ਦੋਸ਼ ਲੱਗਦਾ ਹੈ। ਜੇ ਦੁੱਧ ਨਰੋਲ ਮੱਝ ਦਾ ਹੋਵੇ ਤਾਂ ਮੈਂ ਖੁਸ਼ੀ ਨਾਲ ਪੀ ਲਵਾਂਗਾ। ਇਹ ਸੁਣ ਕੇ ਸਿੱਖ ਨੇ ਨਰੋਲ ਮੱਝ ਦਾ ਦੁੱਧ ਲੈ ਆਂਦਾ ਅਤੇ ਸਿੰਘ ਨੇ ਰੱਜ ਕੇ ਦੁੱਧ ਪੀਤਾ। ਸੁੱਖੋ
ਤੇ ਬੁੱਧੂ ਮਹੰਤ ਨੇ ਸਿੱਖ ਬਣਨਾ। ਕੁਝ ਸਮਾਂ ਪਹਿਲਾਂ ਜਦ ਗੁਰੂ ਜੀ ਪਹਿਰੇਦਾਰ ਨੇ ਇੱਕ ਦੀਵਾਨ ਨੂੰ ਕਿਰਪਾਨ ਮਾਰ ਕੇ ਮਾਰ ਦਿੱਤਾ ਤਾਂ ਕਿਸੇ ਨੇ ਉਸ ਦੇ ਮਰਨ ਦੀ ਖਬਰ ਇਹਨਾਂ ਮਹੰਤਾਂ ਨੂੰ ਵੀ ਦਿੱਤੀ। ਆਪਣੇ ਪਿੰਡ ਨੇੜੇ ਗੁਰੂ ਜੀ ਦਾ ਉਤਾਰਾ ਸੁਣ ਕੇ ਇਹ ਦੋਵੇਂ ਮਹੰਤ ਗੁਰੂ ਜੀ ਤੋਂ ਦੀਵਾਨੇ ਮੌਤ ਦਾ ਬਦਲਾ ਲੈਣ ਵਾਸਤੇ ਆਪਣੇ ਨਾਲ 50 ਦੀਵਾਨੇ ਲੈ ਕੇ ਤੁਰ ਪਏ। ਰਾਸਤੇ ਵਿੱਚ 25 ਦੀਵਾਨੇ ਗੁਰੂ ਜੀ ਤੋਂ ਡਰਦੇ ਪਿੱਛੇ ਮੁੜ ਗਏ। 50 ਜਣੇ ਚੱਲੇ ਤੇ 25 ਕੁ ਤਾਂ ਗੁਰੂ ਜੀ ਤੋਂ ਡਰਦੇ ਪਿੱਛੇ ਮੁੜ ਗਏ। ਬਾਕੀ ਦੇ 25 ਦੀਵਾਨੇ ਵੀ 2-2 4-4 ਕਰਕੇ ਨੱਠ ਗਏ। ਪਿੱਛੇ ਕੇਵਲ ਸੁੱਖੂ ਤੇ ਬੁੱਧੂ ਦੋਵੇਂ ਮਹੰਤ ਰਹਿ ਗਏ। ਉਹਨਾਂ ਨੇ ਵੀ ਢੱਡ ਤੇ ਸਰੰਗੀ ਜਿਹੜੀ ਉਹ ਵਜਾਉਂਦੇ ਸਨ ਝਾੜੀਆਂ ਵਿੱਚ ਲੁਕਾ ਦਿੱਤੀ ਅਤੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਹਾਜ਼ਰ ਆਣ ਹੋਏ ਤੇ ਮੱਥਾ ਟੇਕ ਕੇ ਬੈਠ ਗਏ। ਗੁਰੂ ਜੀ ਨੇ ਪੁੱਛਿਆ, ਤੁਸੀਂ ਢੱਡ ਸਰੰਗੀ ਕਿੱਥੇ ਲੁਕਾ ਕੇ ਆਏ ਹੋ? ਜਾਓ ਹੁਣ ਲੈ ਆਓ, ਜਾਓ ਹੁਣ ਲੈ ਆਓ। ਇਹਨਾਂ ਨੇ ਇਹ ਜਾਣ ਕੇ ਕਿਹਾ, ਗੁਰੂ ਜੀ ਜਾਣੀ ਜਾਣ ਹਨ। ਉਹਨਾਂ ਨੇ ਇਹ ਜਾਣ ਕੇ ਕਿਹਾ ਕਿ ਗੁਰੂ ਜੀ ਜਾਣੀ ਜਾਣ ਹਨ। ਆਪਣੀ ਢੱਡ ਸਰੰਗੀ ਲੈ ਆਂਦੀ, ਸੁਰਤਾਲ ਮੇਲ ਕੇ ਜੰਗਲ ਦੇਸ ਵੀ ਸਤਿਗੁਰੂ ਜੀ ਨੂੰ ਉੱਚੀ ਸੁਰ ਵਿੱਚ ਸੁਣਾਈ। ਕੀ ਕਿਹਾ? ਕੱਚਾ ਕੋਠਾ ਵਿੱਚ ਵਸਦਾ ਜਾਨੀ, ਕੱਚਾ ਕੋਠਾ ਵਿੱਚ ਵਸਦਾ ਜਾਨੀ, ਸਦਾ ਨਾ ਮਾਪੇ ਨਿਤਨੀ ਜਵਾਨੀ, ਚੱਲਣ ਅੱਗੇ ਕਿਉਂ ਹੋਈ ਗੁਮਾਨੀ। ਇਹ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ ਅਤੇ ਇਹਨਾਂ ਨੂੰ 3 ਵਾਰ ਉਹਨਾਂ ਤੋਂ ਸੁਣਿਆ। ਰਾਤ ਦਾ ਵਿਸ਼ਰਾਮ ਕਰਕੇ ਜਦ ਗੁਰੂ ਜੀ ਸਵੇਰ ਤੁਰਨ ਲੱਗੇ ਤਾਂ ਸੁੱਖੂ ਬੁੱਧੂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਤੁਸੀਂ ਨੀਲਾ ਬਾਣਾ ਪਹਿਨ ਕੇ ਮਾਸੀਵਾੜੇ ਤੋਂ ਪਲੰਘ ਉੱਤੇ ਬੈਠ ਕੇ ਸਫ਼ਰ ਕੀਤਾ ਸੀ, ਤਿਵੇਂ ਹੀ ਹੁਣ ਸਾਡੇ ਮੋਢਿਆਂ ਤੇ ਪਲੰਘ ਰੱਖ ਕੇ ਚੱਲੋ। ਉਹਨਾਂ ਦੀ ਪ੍ਰੇਮਈ ਭਾਵਨਾ ਅਨੁਸਾਰ ਗੁਰੂ ਜੀ ਨੇ ਆਪਣਾ ਪਲੰਘ ਉਹਨਾਂ ਨੂੰ ਚੁਕਵਾ ਦਿੱਤਾ। ਸੁੱਖੂ ਤੇ ਬੁੱਧੂ ਅੱਗੇ ਲੱਗੇ ਅਤੇ ਹੋਰ 2 ਸਿੱਖਾਂ ਨੇ ਪਿਛਲੇ ਪਾਵਿਆਂ ਨੂੰ ਚੁੱਕਿਆ। ਗੁਰੂ ਜੀ ਸੁੱਖੂ ਦੇ ਸਿਰ ਤੇ ਆਪਣਾ ਹੱਥ ਨੰਗਾਰੇ ਡੰਡੇ ਵਾਂਗੋਂ ਹੌਲੀ-ਹੌਲੀ ਮਾਰਦੇ ਜਾ ਰਹੇ ਸਨ ਅਤੇ ਸੁੱਖੂ ਨਗਾਰੇ ਦੀ ਆਵਾਜ਼ ਵਾਂਗੋਂ ਹੀ ਮੂੰਹ ਤੋਂ ਬੋਲਦਾ ਪਲੰਘ ਚੁੱਕੀ ਜਾ ਰਿਹਾ ਸੀ। ਇਸ ਤਰ੍ਹਾਂ ਇੱਕ ਕੋ ਚੱਲ ਕੇ ਸੁੱਖੂ ਬੁੱਧੂ ਦੀ ਭਾਵਨਾ ਪੂਰੀ ਕਰਕੇ ਗੁਰੂ ਜੀ ਪਲੰਘ ਤੋਂ ਉਤਰ ਕੇ ਹੇਠਾਂ ਡੇਰਾ ਕਰ ਲਿਆ। ਸੁੱਖੂ ਗੁਰੂ ਜੀ ਦੇ ਪਲੰਘ ਦੀਆਂ ਦੌੜ ਕੇ ਪ੍ਰਕਰਮਾ ਕਰਨ ਲੱਗ ਪਿਆ ਅਤੇ ਗੁਰੂ ਜੀ ਦੇ ਅੱਗੇ ਡਿੱਗ ਪਿਆ। ਗੁਰੂ ਜੀ ਨੇ ਸਿੱਖਾਂ ਨੂੰ ਆ ਕੇ ਉਸ ਨੂੰ ਇਸ਼ਨਾਨ ਕਰਾ ਦਿੱਤਾ। ਇਸ਼ਨਾਨ ਉਪਰੰਤ ਜਦ ਉਸ ਨੂੰ ਹੋਸ਼ ਆਈ ਤਾਂ ਕਹਿਣ ਲੱਗਾ, ਮੈਨੂੰ ਨਹਾਇਆ ਕਿਉਂ? ਮੈਨੂੰ ਨਹਾਇਆ ਕਿਉਂ? ਮੇਰੇ ਮਨ ਵਿੱਚ ਬੜਾ ਵਿਰਾਗ ਉੱਠਿਆ ਸੀ। ਉਹ ਇਸ਼ਨਾਨ ਕਰਨ ਨਾਲ ਥੋੜਾ ਰਹਿ ਗਿਆ। ਗੁਰੂ ਜੀ ਨੇ ਉਹਦੇ ਉੱਤੇ ਖੁਸ਼ ਹੋ ਕੇ ਇੱਕ 4 ਕੋਨਾ ਰੁਪਈਆ ਦਿੱਤਾ ਅਤੇ ਆਖਿਆ ਕਿ ਇਸ ਨੂੰ ਪੂਜਦੇ ਰਹਿਣਾ, ਵੈਰਾਗ ਦੂਣਾ ਹੁੰਦਾ ਜਾਵੇਗਾ। ਆਖੋ ਸਤਿਨਾਮ। ਵੈਰਾਗ ਦੂਣਾ ਹੁੰਦਾ ਜਾਵੇਗਾ।
और बुद्धू ते सुखू नूं वर दे के गुरु जी जस्सी पिंड जा पुज गए। उस पिंड विच एक बड़ा तलाव सी। गुरु जी उस विच शास्त्रां वास्त्रां सहित ही मुस्की घोड़े उत्ते चढ़े चढ़ाए एक पास्यों विच वड़ के दूसरे पासे जा खड़े होए तो आप जी दे सारे कपड़े घोड़ा चिट्टे हो गए। आप जी नूं देख के लोग बड़े हैरान होए अते पुछया, गुरु जी ये आप जी ने की कौतक कीता? बहत्तर ते घोड़े चिट्टे करके दिखा दिते। सतगुरु कलगीधर पातशाह गुरु गोबिंद सिंह महाराज जी ने दसिया कि एक बार श्री रामचंद्र जी फिरदे फरांदे इस देश इस पास आए सन अते इस तलाब विच स्नान करके बहुत खुश होए सन। उस दिन तो ये तलाब तीर्थ स्नान करके प्रसिद्ध है। ये समा अज पुरब दा सी जिस करके असा इस विच स्नान किया। इदा नाम बग्गा सर है। इस कारण साडे वस्त्र ते घोड़े चिट्टे हो गए हैं। इस उपरंत गुरु जी एक थान डेरा करके उतर बैठे। जब बहुत लोग आप जी के दर्शनों नूं आए तो आप जी ने खड़े होके सबनों सुना के आख्या, जसी आए चले गुड़ खाए चले, जसी आए चले गुड़ खाए चले। इतरा आप जी ने 2-3 बार आख्या तो सारे लोग हैरान होके चुपचाप खड़े रहे। 4 घड़ी उपरंत सारी पिछली सेना भी आ गई। इतने नूं एक गुड़ दा व्यापारी लुबाना भी उत्थे गुड़ लैके आ गया। उसने बड़े प्रेम नाल 30 मन गुड़ गुरु जी की भेटा करके मत्था टेकिया। उस दिन उसने बड़े प्रेम नाल 30 मन गुड़ गुरु जी नूं भेटा करके मत्था टेकिया। उस दिन गुरु जी ने अपने ਸਿੰਘਾਂ ਨੂੰ रस्त की थां गुड़ ही रज के खाण नूं दिता अते घोड़िਆਂ ਨੂੰ भी गुड़ ही खवा दिता। दूसरे दिन गुरु जी ने बड़ी भारी लंगर की देग की। पिंड दे बहुत लोग जथा सगत भेटा लैके आप जी दे दर्शन करन वास्ते आए अते सतनाम वाहिगुरू दा उपदेश लैके गुरु गुरु जपन लगे। कुछ दिन इत्थे विश्राम करके गुरु जी पक्के पिंड जा उतरे अते एक रात डेरा करके अगे चले गए। तलवंडी चौधरी डल्ले दे पास पहुंच गए। आओ इत्थों विचार करांगे। कल नूं गुरबाणी पढ़दे सुनदे कोलों एक नहीं निका ही प्रकार दीयां गलतियां भुल्लां चुका हो जांदे ने। सतगुरु कलगीधर पातशाह गुरु गोबिंद सिंह महाराज जी डल्ले चौधरी दे कोल भाव के दमदमा साहिब की धरती ते पहुंच गए। इत्थों चलदे 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 सतगुरु महाराज जी हजूर साहिब की धरती वल नूं वधदे जा रहे ने। अगे अगे इतिहास सरवण करते जाओ भी कित्थे कित्थे महाराज जी ने डेरा किया, किवें किवें हजूर साहिब की धरती ते पहुंचे। हजूर साहिब की धरती ते की कीता सतगुरु कलगीधर पातशाह गुरु गोबिंद सिंह महाराज जी ने इत्थे हजूर साहिब की धरती ते ही बहुत लीला वरताइयां। अगे अगे इतिहास सरवण करते जाओ। आओ गुरबानी पढ़दे सुनदे कोलों गुर इतिहास दीयां विचारां करदे कोलों एक नहीं निका ही प्रकार दी गलतियां भुल्लां चुका हो जांदियां ने। संगतां सतगुरु जी बख्शन हार हन। अगो वाते सत्ते मेरा प्रयत रख के सुध सपट गुरबानी पढ़न दी, सेवा करन दी, कथा कीर्तन करन दी सोझी आ जाए। लोक सुखीए परलोक सहेले, नानक
ਹਰ ਪ੍ਰਭ ਆਪੇ ਮਿਲੇ। ਆਓ ਹੁਣ ਸ਼ਲੋਕ ਦੇ ਵਿੱਚ ਬੋਲੀਏ ਭਾਈ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋ ਦਾਈ ਦਾਇਆ, ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ